ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਮੀਟਿੰਗ ਦੇ ਵਿੱਚ ਵੀ ਉਸ ਤੋਂ ਪਹਿਲਾਂ ਵੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਨੇ ਇੱਕ ਐਲਾਨ ਕੀਤਾ ਕਿ ਅਸੀਂ ਅਮਰੀਕਾ ਦੇ ਵਿੱਚ ਜਾ ਕੇ ਉੱਥੋਂ ਦੇ ਕੁਝ ਦਾਨੀ ਸਿੱਖ ਵੀ ਤਿਆਰ ਨੇ ਕਿ ਸ਼੍ਰੋਮਣੀ ਕਮੇਟੀ ਉੱਥੇ ਪ੍ਰੈਸ ਲਾਏਗੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਉਹਨਾਂ ਮੁਲਕਾਂ ਦੇ ਵਿੱਚ ਡਿਮਾਂਡ ਹੈ, ਕਿਉਂਕਿ ਇਸ ਵਕਤ ਪਾਵਨ ਸਰੂਪਾਂ ਨੂੰ ਭੇਜਣ ਦੇ ਲਈ ਵੱਡੀਆਂ ਸਮੱਸਿਆਵਾਂ ਵੀ ਹਨ ਤੇ ਉਹਦਾ ਅਸੀਂ ਪ੍ਰਬੰਧ ਕਰਾਂਗੇ। ਇਹ ਬਿਲਕੁਲ ਠੀਕ ਹੈ, ਇਹਦੇ ਤੇ ਮੇਰਾ ਕੋਈ ਇਤਰਾਜ਼ ਨਹੀਂ। ਮੈਂ ਕਹਿਣਾ ਕਿ ਜੇ ਇਹੋ ਜਿਹਾ ਪ੍ਰਬੰਧ ਕਰਨ ਲਈ ਤੁਸੀਂ ਤੁਰੇ ਹੋ ਤਾਂ ਚੰਗੀ ਗੱਲ ਹੈ, ਪਰ ਇਹਦੇ ਨਾਲ ਕੁਝ ਸਵਾਲ ਨੇ ਕਿ ਇਹੋ ਜਿਹਾ ਯਤਨ ਸਰਦਾਰ ਅਵਤਾਰ ਸਿੰਘ ਮੱਕੜ ਵੇਲੇ ਵੀ ਹੋਇਆ। ਸਰਦਾਰ ਦਿਦਾਰ ਸਿੰਘ ਬੈਂਸ ਜਿਹੜੇ ਉੱਥੋਂ ਦੇ ਕਾਰੋਬਾਰੀ ਸੀ, ਉਹਨਾਂ ਨੇ ਜ਼ਮੀਨ ਵੀ ਦਿੱਤੀ, ਸ਼ਾਇਦ ਉੱਥੇ ਪੈਸੇ ਵੀ ਪਏ ਨੇ। ਚਲੋ ਇਹ ਜੇ ਹੁਣ ਵਫਦ ਜਾਏਗਾ ਉਹ ਵੀ ਸੌਟ ਆਊਟ ਹੋ ਜਾਏਗੀ, ਪਰ ਇਹਦੇ ਨਾਲ ਨਾਲ ਮੇਰੇ ਕੁਝ ਜਿਹੜੇ ਖਦਸ਼ੇ ਨੇ ਉਹ ਇਹ ਆ ਕਿ ਪ੍ਰੈਸ ਵੀ ਉੱਥੇ ਲੱਗ ਜੂ, ਜਗ੍ਹਾ ਵੀ ਮਿਲ ਜੂ, ਪਰ ਸ਼੍ਰੋਮਣੀ ਕਮੇਟੀ ਨੂੰ, ਕੌਮ ਨੂੰ ਇਹ ਗੱਲ ਵੀ ਤੁਹਾਨੂੰ ਦੱਸਣੀ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਸੁਰੱਖਿਅਤ ਲਈ ਕਿ ਬਾਣੀ ਦੇ ਵਿੱਚ ਕੋਈ ਰਲਾ ਨਾ ਹੋ ਜਾਵੇ, ਕੋਈ ਮਿਸਟੇਕ ਨਾ ਹੋ ਜਾਵੇ, ਜਾਣਬੁੱਝ ਕੇ ਜਾਂ ਅਚਨਚੇਤ ਉਹਦੀ ਜਿਹੜੀ ਕਮਾਂਡਿੰਗ ਪੋਜੀਸ਼ਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਣ ਦੀ, ਉਹਦੇ ਉੱਤੇ ਕੀ ਪੈਮਾਨੇ ਨੇ, ਉਹਦੇ ਉੱਤੇ ਕਿਹੋ ਜਿਹੇ ਤੁਸੀਂ ਜਿਹੜੇ ਦਾਇਰੇ ਜਿਹੜੇ ਨੇ ਉਹ ਕਾਇਮ ਕਰੋਗੇ। ਕਿਉਂਕਿ ਇਹ ਗੱਲ ਜਿਹੜੇ ਸਿੱਖਾਂ ਨੂੰ ਉੱਥੇ ਇਸ ਗੱਲ ਦੀ ਬਹੁਤ ਸਖਤ, ਗੁਰੂ ਘਰਾਂ ਨੂੰ ਵੀ ਜ਼ਰੂਰਤ ਹੈ, ਉਹ ਇਸ ਗੱਲ ਦੀ ਖੁਸ਼ੀ, ਸਾਨੂੰ ਵੀ ਖੁਸ਼ੀ ਹੈ ਕਿਉਂਕਿ ਮੈਨੂੰ ਪਤਾ ਹੈ, ਮੈਂ ਉਹਨਾਂ ਸਬ ਕਮੇਟੀਆਂ ਦੇ ਵਿੱਚ ਵੀ ਹਾਂ ਕਿ ਸਰੂਪ ਭੇਜਣ ਦੀ ਇੱਕ ਵੱਡੀ ਸਮੱਸਿਆ ਹੈ। ਇਹ ਠੀਕ ਹੈ ਕਿ ਇਹਦਾ ਪ੍ਰਬੰਧ ਹੋ ਜਾਣਾ ਚਾਹੀਦਾ ਹੈ, ਪਰ ਇਹਦੇ ਨਾਲ ਨਾਲ ਗੁਰਬਾਣੀ ਦੀ ਉਸ ਪਵਿੱਤਰਤਾ ਨੂੰ, ਮਰਜ਼ਾਦਾ ਨੂੰ, ਤਾਂ ਕਿ ਉਹਦੇ ਨਾਲ ਕੋਈ ਖਲਵਾੜ ਨਾ ਹੋ ਸਕੇ। ਮੇਰੇ ਖਦਸ਼ੇ ਕਿਉਂ ਨੇ? ਕਿਉਂਕਿ ਪਿਛਲੇ ਦਿਨ ਇੱਕ ਥਮਿੰਦਰ ਆਨੰਦ ਨਾਂ ਦੇ ਵਿਅਕਤੀ ਵੱਲੋਂ ਚਾਈਨਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਾ ਕੇ ਜਿਹੜੇ ਨੇ ਉਹ ਵਿਦੇਸ਼ਾਂ ਵਿੱਚ ਭੇਜੇ ਗਏ, ਜਿਹਦੀ ਬਹੁਤ ਵੱਡੀ ਚਰਚਾ ਹੋਈ। ਵੱਡਾ ਇਕੱਠ ਅਕਾਲ ਤਖਤ ਸਾਹਿਬ ਤੇ ਹੋਇਆ, ਭਾਵੇਂ ਬਹੁਤ ਸਾਰੀਆਂ ਐਸੋ ਜਥੇਬੰਦੀਆਂ ਜਾਂ ਸ਼ਖਸੀਅਤਾਂ ਨੇ ਜਿਹੜੇ ਇਸ ਵਕਤ ਇਸ ਜਿਹੜਾ ਅਕਾਲ ਤਖਤ ਦੇ ਉੱਤੇ ਇੱਕ ਪਰਿਵਾਰ ਦੇ ਨਿਜ਼ਾਮ ਦਾ ਕਿਸੇ ਰੂਪ ਦੇ ਵਿੱਚ ਕਬਜ਼ਾ, ਉਹ ਕਦੇ ਵੀ ਇਸ ਗੱਲ ਤੋਂ ਨਹੀਂ ਆਉਂਦੇ, ਪਰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਾਰੇ ਇਕੱਠੇ ਹੋਏ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉੱਥੇ ਇੱਕ ਫੈਸਲਾ ਹੋਇਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹੁਣ ਮੌਜੂਦਾ ਸਰੂਪ ਵੀ ਛਪ ਰਹੇ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈ ਤਰੁੱਟੀਆਂ ਆ ਰਹੀਆਂ ਨੇ ਛਪਾਈ ਦੇ ਵਿੱਚ। ਉਹਨੂੰ ਸੋਧਣ ਲਈ 1965, 66, 67 ਜਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਸਮਾਂ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ 500 ਸਰੂਪ ਛਾਪੇ ਗਏ, ਔਰ ਉਹ ਸਰੂਪ ਸ਼੍ਰੋਮਣੀ ਕਮੇਟੀ ਕੋਲ ਮੌਜੂਦ ਨੇ, ਪਰ ਬਹੁਤ ਘੱਟ ਗਿਣਤੀ ਵਿੱਚ ਮੌਜੂਦ ਨੇ, ਔਰ ਉਹ ਸਰੂਪ ਨੇ ਜਿਨ੍ਹਾਂ ਤੇ ਪੂਰੇ ਪੰਥ ਦੀ ਸਹਿਮਤੀ ਬਣੀ ਸੀ। ਉਹਨਾਂ ਦੇ ਪਾਠ, ਉਹਨਾਂ ਦੀ ਸੁਧਾਈ, ਪਾਠਾਂ ਦਾ ਭੇਤ ਸਾਰਾ ਬਿਲਕੁਲ ਉਹਦਾ ਨਿਰਣਾ ਹੋਇਆ ਵੈ, ਔਰ ਇਹ ਫੈਸਲਾ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਬਹੁਤ ਜਲਦ ਉਹ ਜਿਹੜੀ ਅਗਲੀ ਛਪਾਈ ਹੈ ਉਸ ਸਰੂਪ ਨੂੰ ਆਧਾਰ ਮੰਨ ਕੇ ਅੱਗੇ ਕਰੂਗੀ। ਪਰ ਇੱਕ ਸਾਲ ਮੇਰਾ ਪਹਿਲਾਂ ਬੀਤ ਗਿਆ, ਦੂਆ ਸਾਲ ਮੇਰਾ ਦੁਬਾਰਾ ਬੀਤ ਚੱਲਿਆ। ਮੈਂ ਲਿਖ ਕੇ ਜ਼ੁਬਾਨੀ ਬਾਰ-ਬਾਰ ਐਗਜ਼ੈਕਟਿਵ ਮੀਟਿੰਗਾਂ ਵਿੱਚ ਪ੍ਰੈਸ ਰਾਹੀਂ ਵੀ ਇਹ ਮਾਮਲੇ ਉਠਾਉਂਦਾ ਰਿਹਾ, ਪਰ ਮੈਨੂੰ ਦੁੱਖ ਹੈ ਕਿ ਅੱਜ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੇ ਉਸ ਜਿਹੜੀ ਮਾਮਲੇ ਦੇ ਉੱਤੇ ਜਿਹੜਾ ਅਕਾਲ ਤਖਤ ਤੇ ਇਕੱਠ ਕਰਕੇ ਫੈਸਲਾ ਕੀਤਾ ਗਿਆ, ਉਹਦੇ ਤੇ ਅਸੀਂ ਇੱਕ ਕਦਮ ਵੀ ਉਸ ਪਾਸੇ ਨੂੰ ਨਹੀਂ ਤੁਰੇ। ਕਦੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਸਾਡੇ ਸਿੰਘ ਸਾਹਿਬਾਨ ਨੇ ਉਹ ਵਿਦੇਸ਼ਾਂ ਚਲੇ ਗਏ, ਇਹ ਨਹੀਂ ਗੱਲ ਹੋ ਸਕਦੀ। ਜਦੋਂ ਇੱਕ ਵੱਡਾ ਕੰਮ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਐਡੇ ਵੱਡੇ ਪਵਿੱਤਰਤਾਈ ਔਰ ਬੜੀ ਸੂਖਮ ਰੂਪ ਦੇ ਵਿੱਚ ਇਹ ਇੱਕ ਮੈਂ ਸਮਝਦਾ ਕਿ ਵੱਡੀ ਗੱਲ ਆ, ਉਹਦੇ ਤੇ ਨਹੀਂ ਇਸ ਗੱਲ ਨੂੰ ਇਗਨੋਰ ਕੀਤਾ ਜਾ ਸਕਦਾ। ਸੋ ਮੈਨੂੰ ਇਹ ਖਦਸ਼ਾ, ਮੈਨੂੰ ਇਹ ਚਿੰਤਾ ਹੈ ਕਿ ਜਦੋਂ ਇੱਥੇ ਨਹੀਂ 2 ਸਾਲਾਂ ਦੇ ਵਿੱਚ ਅਸੀਂ ਉਹਨਾਂ ਸਰੂਪਾਂ ਦੇ ਵਿੱਚ ਸੁਧਾਈ ਦੀ ਗੱਲ ਜਿਹੜੀ ਆ ਉਹ ਕਰ ਸਕੇ, ਜਿਹੜਾ ਫੈਸਲਾ ਕੀਤਾ ਸੀ, ਤੇ ਗੱਲ ਅਸੀਂ ਅਮਰੀਕਾ ਦੀ ਤੋਰ ਲਈ। ਤੋ ਜਿੰਨੀ ਦੇਰ ਤੱਕ ਜਿੱਥੋਂ ਮੂਲ ਹੈ ਉਹਦੇ ਵਿੱਚ ਇਹ ਸੁਧਾਈ ਨਹੀਂ ਹੋਏਗੀ, ਉੱਥੋਂ ਤੁਸੀਂ ਠੀਕ ਨਹੀਂ ਕਰੋਗੇ, ਉੱਥੇ ਦੀ ਤੁਸੀਂ ਕੀ ਗਰੰਟੀ ਲੈ ਸਕਦੇ ਹੋ? ਮੈਂ ਇਸ ਗੱਲ ਦਾ ਵਿਰੋਧੀ ਨਹੀਂ, ਮੈਂ ਇਸ ਗੱਲ ਦਾ ਸਵਾਗਤ ਕਰਦਾ, ਕਿਉਂਕਿ ਮੈਂ ਇਸ ਗੱਲ ਨੂੰ ਜਾਣਦਾ ਕਿ ਮਹਾਰਾਜ ਦੇ ਸਰੂਪਾਂ ਦੀ ਡਿਮਾਂਡ ਔਰ ਇੱਥੋਂ ਭੇਜਣ ਦੀ ਸਮੱਸਿਆ ਬਹੁਤ ਵੱਡੀ ਹੈ। ਇਹਦਾ ਹੱਲ ਇਹੀ ਹੈ, ਪਰ ਇਹਦੇ ਲਈ ਸ਼੍ਰੋਮਣੀ ਕਮੇਟੀ ਇੱਕ ਤਾਂ ਜਿਹੜਾ ਪਹਿਲਾ ਫੈਸਲਾ ਕੀਤਾ ਉਹਦੇ ਬਾਰੇ ਦੱਸੇ ਕਿ ਉਹਨੂੰ ਲਾਗੂ ਕਿਉਂ ਨਹੀਂ ਕਰ ਰਹੀ, ਜੇ ਕਰ ਰਹੀ ਹੈ ਕਦੋਂ ਕਰ ਰਹੀ ਹੈ, ਕਿੰਨੇ ਸਮੇਂ ਦੇ ਵਿੱਚ ਉਹਨੂੰ ਕੰਪਲੀਟ ਕਰ ਰਹੀ ਹੈ। ਨੰਬਰ 2, ਜਿਹੜੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਣਗੇ ਉਹਨਾਂ ਦੇ ਉੱਤੇ ਜਿਹੜੀ ਸੁਰੱਖਿਅਤ ਜਾਂ ਜਿਹੜੀ ਛਪਾਈ ਦੀ ਕਮਾਂਡ ਹੈ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਕੀ ਕ੍ਰਾਈਟੇਰੀਆ ਹੋਊਗਾ ਉਹ ਜ਼ਰੂਰ, ਕਿਉਂਕਿ ਇਹ ਮੇਰੀ ਡਿਊਟੀ ਹੈ। ਮੈਂ ਬਤੌਰ ਐਗਜ਼ੈਕਟਿਵ ਮੈਂਬਰ ਵਿਰੋਧੀ ਧਿਰ ਵੱਲੋਂ ਮੈਂ ਸਮਝਦਾ ਕਿ ਬੜੇ ਸੈਂਸਿਟਿਵ ਮਾਮਲੇ ਨੇ। ਬਾਕੀ ਗੱਲਾਂ ਪੰਥ ਦੀਆਂ ਜਾਂ ਪੰਥਕ ਸਿਆਸਤ ਦੀਆਂ, ਉਹਨਾਂ ਵਿੱਚ ਕੋਈ ਵਾਧ ਘਾਟ ਹੋ ਸਕਦਾ, ਪਰ ਇਹ ਇੱਕ ਅਜਿਹੀ ਗੱਲ ਹੈ ਜਿਹਦੇ ਨਾਲ ਇੱਕ ਰਾਈ ਜਿੰਨਾ ਵੀ ਅਸੀਂ
ਜਿਹੜਾ ਸਮਝੌਤਾ ਨਹੀਂ ਕਰ ਸਕਦੇ, ਰਾਈ ਜਿੰਨੀ ਅਣਦੇਖੀ ਨਹੀਂ ਕਰ ਸਕਦੇ। ਜੇ ਹੋ ਗਈ ਤਾਂ ਇਸ ਤੋਂ ਵੱਡਾ ਇਸ ਦੁਨੀਆ ਤੇ ਪਾਪ ਕੋਈ ਨਹੀਂ, ਤੇ ਭੁਗਤਣਾ ਸਭ ਨੂੰ ਪੈਣਾ ਜਿਹੜੇ ਜ਼ਿੰਮੇਵਾਰ ਹੋਣਗੇ। ਸੋ ਮੈਂ ਆਪਣੀ ਡਿਊਟੀ ਸਮਝ ਕੇ ਪੂਰੇ ਪੰਥ ਦੇ ਸਾਹਮਣੇ, ਸ਼੍ਰੋਮਣੀ ਕਮੇਟੀ ਦੇ ਸਾਹਮਣੇ ਇਹ ਡਿਮਾਂਡ ਜਿਹੜੀ ਆ ਉਹ ਜ਼ਾਹਰ ਕਰਦਾ ਔਰ ਉਮੀਦ ਕਰਦਾ ਕਿ ਜਲਦ ਤੁਸੀਂ ਉਹਦੇ ਤੇ ਕੋਈ ਨਾ ਕੋਈ ਇਹ ਤਸੱਲੀ ਬਖਸ਼ ਉੱਤਰ ਜਿਹੜਾ ਕੌਮ ਨੂੰ ਦਿਓਗੇ। ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਮੀਟਿੰਗ ਦੇ ਵਿੱਚ ਵੀ, ਉਸ ਤੋਂ ਪਹਿਲਾਂ ਵੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਨੇ ਇੱਕ ਐਲਾਨ ਕੀਤਾ ਕਿ ਅਸੀਂ ਅਮਰੀਕਾ ਦੇ ਵਿੱਚ ਜਾ ਕੇ ਉੱਥੋਂ ਦੇ ਕੁਝ ਦਾਨੀ ਸਿੱਖ ਵੀ ਤਿਆਰ ਨੇ ਕਿ ਸ਼੍ਰੋਮਣੀ ਕਮੇਟੀ ਉੱਥੇ ਪ੍ਰੈਸ ਲਾਏਗੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਉਹਨਾਂ ਮੁਲਕਾਂ ਦੇ ਵਿੱਚ ਡਿਮਾਂਡ ਹੈ, ਕਿਉਂਕਿ ਇਸ ਵਕਤ ਪਾਵਨ ਸਰੂਪਾਂ ਨੂੰ ਭੇਜਣ ਦੇ ਲਈ ਵੱਡੀਆਂ ਸਮੱਸਿਆਵਾਂ ਵੀ ਹਨ ਤੇ ਉਹਦਾ ਅਸੀਂ ਪ੍ਰਬੰਧ ਕਰਾਂਗੇ। ਇਹ ਬਿਲਕੁਲ ਠੀਕ ਹੈ, ਇਹਦੇ ਤੇ ਮੇਰਾ ਕੋਈ ਇਤਰਾਜ਼ ਨਹੀਂ। ਮੈਂ ਕਹਿਣਾ ਕਿ ਜੇ ਇਹੋ ਜਿਹਾ ਪ੍ਰਬੰਧ ਕਰਨ ਲਈ ਤੁਸੀਂ ਤੁਰੇ ਹੋ ਤਾਂ ਚੰਗੀ ਗੱਲ ਹੈ, ਪਰ ਇਹਦੇ ਨਾਲ ਕੁਝ ਸਵਾਲ ਨੇ ਕਿ ਇਹੋ ਜਿਹਾ ਯਤਨ ਸਰਦਾਰ ਅਵਤਾਰ ਸਿੰਘ ਮੱਕੜ ਵੇਲੇ ਵੀ ਹੋਇਆ। ਸਰਦਾਰ ਦਿਦਾਰ ਸਿੰਘ ਬੈਂਸ ਜਿਹੜੇ ਉੱਥੋਂ ਦੇ ਕਾਰੋਬਾਰੀ ਸੀ, ਉਹਨਾਂ ਨੇ ਜ਼ਮੀਨ ਵੀ ਦਿੱਤੀ, ਸ਼ਾਇਦ ਉੱਥੇ ਪੈਸੇ ਵੀ ਪਾਏ ਨੇ। ਚਲੋ ਇਹ ਜੇ ਹੁਣ ਵਫਦ ਜਾਏਗਾ ਉਹ ਵੀ ਸੌਟ ਆਊਟ ਹੋ ਜਾਏਗੀ, ਪਰ ਇਹਦੇ ਨਾਲ ਨਾਲ ਮੇਰੇ ਕੁਝ ਜਿਹੜੇ ਖਦਸ਼ੇ ਨੇ ਉਹ ਇਹ ਆ ਕਿ ਪ੍ਰੈਸ ਵੀ ਉੱਥੇ ਲੱਗ ਜੂ, ਜਗ੍ਹਾ ਵੀ ਮਿਲ ਜੂ, ਪਰ ਸ਼੍ਰੋਮਣੀ ਕਮੇਟੀ ਨੂੰ, ਕੌਮ ਨੂੰ ਇਹ ਗੱਲ ਵੀ ਤੁਹਾਨੂੰ ਦੱਸਣੀ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਸੁਰੱਖਿਅਤ ਲਈ ਕਿ ਬਾਣੀ ਦੇ ਵਿੱਚ ਕੋਈ ਰਲਾ ਨਾ ਹੋ ਜਾਵੇ, ਕੋਈ ਮਿਸਟੇਕ ਨਾ ਹੋ ਜਾਵੇ, ਜਾਣਬੁੱਝ ਕੇ ਜਾਂ ਅਚਨਚੇਤ ਉਹਦੀ ਜਿਹੜੀ ਕਮਾਂਡਿੰਗ ਪੋਜੀਸ਼ਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਣ ਦੀ, ਉਹਦੇ ਉੱਤੇ ਕੀ ਪੈਮਾਨੇ ਨੇ, ਉਹਦੇ ਉੱਤੇ ਕਿਹੋ ਜਿਹੇ ਤੁਸੀਂ ਜਿਹੜੇ ਦਾਇਰੇ ਜਿਹੜੇ ਨੇ ਉਹ ਕਾਇਮ ਕਰੋਗੇ। ਕਿਉਂਕਿ ਇਹ ਗੱਲ ਜਿਹੜੇ ਸਿੱਖਾਂ ਨੂੰ ਉੱਥੇ ਇਸ ਗੱਲ ਦੀ ਬਹੁਤ ਸਖਤ, ਗੁਰੂ ਘਰਾਂ ਨੂੰ ਵੀ ਜ਼ਰੂਰਤ ਹੈ, ਉਹ ਇਸ ਗੱਲ ਦੀ ਖੁਸ਼ੀ, ਸਾਨੂੰ ਵੀ ਖੁਸ਼ੀ ਹੈ ਕਿਉਂਕਿ ਮੈਨੂੰ ਪਤਾ ਹੈ, ਮੈਂ ਉਹਨਾਂ ਸਬ ਕਮੇਟੀਆਂ ਦੇ ਵਿੱਚ ਵੀ ਹਾਂ ਕਿ ਸਰੂਪ ਭੇਜਣ ਦੀ ਇੱਕ ਵੱਡੀ ਸਮੱਸਿਆ ਹੈ। ਇਹ ਠੀਕ ਹੈ ਕਿ ਇਹਦਾ ਪ੍ਰਬੰਧ ਹੋ ਜਾਣਾ ਚਾਹੀਦਾ ਹੈ, ਪਰ ਇਹਦੇ ਨਾਲ ਨਾਲ ਗੁਰਬਾਣੀ ਦੀ ਉਸ ਪਵਿੱਤਰਤਾ ਨੂੰ, ਮਰਜ਼ਾਦਾ ਨੂੰ, ਤਾਂ ਕਿ ਉਹਦੇ ਨਾਲ ਕੋਈ ਖਲਵਾੜ ਨਾ ਹੋ ਸਕੇ। ਮੇਰੇ ਖਦਸ਼ੇ ਕਿਉਂ ਨੇ? ਕਿਉਂਕਿ ਪਿਛਲੇ ਦਿਨ ਇੱਕ ਥਮਿੰਦਰ ਆਨੰਦ ਨਾਂ ਦੇ ਵਿਅਕਤੀ ਵੱਲੋਂ ਚਾਈਨਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਾ ਕੇ ਜਿਹੜੇ ਨੇ ਉਹ ਵਿਦੇਸ਼ਾਂ ਵਿੱਚ ਭੇਜੇ ਗਏ, ਜਿਹਦੀ ਬਹੁਤ ਵੱਡੀ ਚਰਚਾ ਹੋਈ। ਵੱਡਾ ਇਕੱਠ ਅਕਾਲ ਤਖਤ ਸਾਹਿਬ ਤੇ ਹੋਇਆ, ਭਾਵੇਂ ਬਹੁਤ ਸਾਰੀਆਂ ਐਸੋ ਜਥੇਬੰਦੀਆਂ ਜਾਂ ਸ਼ਖਸੀਅਤਾਂ ਨੇ ਜਿਹੜੇ ਇਸ ਵਕਤ ਇਸ ਜਿਹੜਾ ਅਕਾਲ ਤਖਤ ਦੇ ਉੱਤੇ ਇੱਕ ਪਰਿਵਾਰ ਦੇ ਨਿਜ਼ਾਮ ਦਾ ਕਿਸੇ ਰੂਪ ਦੇ ਵਿੱਚ ਕਬਜ਼ਾ, ਉਹ ਕਦੇ ਵੀ ਇਸ ਗੱਲ ਤੋਂ ਨਹੀਂ ਆਉਂਦੇ, ਪਰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਾਰੇ ਇਕੱਠੇ ਹੋਏ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉੱਥੇ ਇੱਕ ਫੈਸਲਾ ਹੋਇਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹੁਣ ਮੌਜੂਦਾ ਸਰੂਪ ਵੀ ਛਪ ਰਹੇ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈ ਤਰੁੱਟੀਆਂ ਆ ਰਹੀਆਂ ਨੇ ਛਪਾਈ ਦੇ ਵਿੱਚ। ਉਹਨੂੰ ਸੋਧਣ ਲਈ 1965, 66, 67 ਜਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਸਮਾਂ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ 500 ਸਰੂਪ ਛਾਪੇ ਗਏ, ਔਰ ਉਹ ਸਰੂਪ ਸ਼੍ਰੋਮਣੀ ਕਮੇਟੀ ਕੋਲ ਮੌਜੂਦ ਨੇ ਪਰ ਬਹੁਤ ਘੱਟ ਗਿਣਤੀ ਵਿੱਚ ਮੌਜੂਦ ਨੇ, ਔਰ ਉਹ ਸਰੂਪ ਨੇ ਜਿਨ੍ਹਾਂ ਤੇ ਪੂਰੇ ਪੰਥ ਦੀ ਸਹਿਮਤੀ ਬਣੀ ਸੀ। ਉਹਨਾਂ ਦੇ ਪਾਠ, ਉਹਨਾਂ ਦੀ ਸੁਧਾਈ, ਪਾਠਾਂ ਦਾ ਭੇਤ ਸਾਰਾ ਬਿਲਕੁਲ ਉਹਦਾ ਨਿਰਣਾ ਹੋਇਆ ਵੈ, ਔਰ ਇਹ ਫੈਸਲਾ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਬਹੁਤ ਜਲਦ ਉਹ ਜਿਹੜੀ ਅਗਲੀ ਛਪਾਈ ਹੈ ਉਸ ਸਰੂਪ ਨੂੰ ਆਧਾਰ ਮੰਨ ਕੇ ਅੱਗੇ ਕਰੂਗੀ। ਪਰ ਇੱਕ ਸਾਲ ਮੇਰਾ ਪਹਿਲਾ ਬੀਤ ਗਿਆ, ਦੂਆ ਸਾਲ ਮੇਰਾ ਦੁਬਾਰਾ ਬੀਤ ਚੱਲਿਆ। ਮੈਂ ਲਿਖ ਕੇ ਜ਼ੁਬਾਨੀ ਬਾਰ-ਬਾਰ ਐਗਜ਼ੈਕਟਿਵ ਮੀਟਿੰਗਾਂ ਵਿੱਚ ਪ੍ਰੈਸ ਰਾਹੀਂ ਵੀ ਇਹ ਮਾਮਲੇ ਉਠਾਉਂਦਾ ਰਿਹਾ, ਪਰ ਮੈਨੂੰ ਦੁੱਖ ਹੈ ਕਿ ਅੱਜ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੇ ਉਸ ਜਿਹੜੀ ਮਾਮਲੇ ਦੇ ਉੱਤੇ ਜਿਹੜਾ ਅਕਾਲ ਤਖਤ ਤੇ ਇਕੱਠ ਕਰਕੇ ਫੈਸਲਾ ਕੀਤਾ ਗਿਆ, ਉਹਦੇ ਤੇ ਅਸੀਂ ਇੱਕ ਕਦਮ ਵੀ ਉਸ ਪਾਸੇ ਨੂੰ ਨਹੀਂ ਤੁਰੇ। ਕਦੇ ਅਸੀਂ ਕਹਿੰਦੇ ਕਿ ਜਿਹੜੇ ਸਾਡੇ ਸਿੰਘ ਸਾਹਿਬਾਨ ਨੇ ਉਹ ਵਿਦੇਸ਼ਾਂ ਚਲੇ ਗਏ, ਇਹ ਨਹੀਂ ਗੱਲ ਹੋ ਸਕਦੀ। ਜਦੋਂ ਇੱਕ ਵੱਡਾ ਕੰਮ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਐਡੇ ਵੱਡੇ ਪਵਿੱਤਰਤਾਈ ਔਰ ਬੜੀ ਸੂਖਮ ਰੂਪ ਦੇ ਵਿੱਚ ਇਹ ਇੱਕ ਮੈਂ ਸਮਝਦਾ ਕਿ ਵੱਡੀ ਗੱਲ ਆ, ਉਹਦੇ ਤੇ ਨਹੀਂ ਇਸ ਗੱਲ ਨੂੰ ਇਗਨੋਰ ਕੀਤਾ ਜਾ ਸਕਦਾ। ਸੋ ਮੈਨੂੰ ਇਹ ਖਦਸ਼ਾ, ਮੈਨੂੰ ਇਹ ਚਿੰਤਾ ਹੈ ਕਿ ਜਦੋਂ ਇੱਥੇ ਨਹੀਂ 2 ਸਾਲਾਂ ਦੇ ਵਿੱਚ ਅਸੀਂ ਉਹਨਾਂ ਸਰੂਪਾਂ ਦੇ ਵਿੱਚ ਸੁਧਾਈ ਦੀ ਗੱਲ ਜਿਹੜੀ ਆ ਉਹ ਕਰ ਸਕੇ, ਜਿਹੜਾ ਫੈਸਲਾ ਕੀਤਾ ਸੀ, ਤੇ ਗੱਲ ਅਸੀਂ ਅਮਰੀਕਾ ਦੀ ਤੋਰ ਲਈ। ਤੋ ਜਿੰਨੀ ਦੇਰ ਤੱਕ ਜਿੱਥੋਂ ਮੂਲ ਹੈ ਉਹਦੇ ਵਿੱਚ ਇਹ ਸੁਧਾਈ ਨਹੀਂ ਹੋਏਗੀ, ਉੱਥੋਂ ਤੁਸੀਂ ਠੀਕ ਨਹੀਂ ਕਰੋਗੇ, ਉੱਥੇ ਦੀ ਤੁਸੀਂ ਕੀ ਗਰੰਟੀ ਲੈ ਸਕਦੇ ਹੋ? ਮੈਂ ਇਸ ਗੱਲ ਦਾ ਵਿਰੋਧੀ ਨਹੀਂ, ਮੈਂ ਇਸ ਗੱਲ ਦਾ ਸਵਾਗਤ ਕਰਦਾ, ਕਿਉਂਕਿ ਮੈਂ ਇਸ ਗੱਲ ਨੂੰ ਜਾਣਦਾ ਕਿ ਮਹਾਰਾਜ ਦੇ ਸਰੂਪਾਂ ਦੀ ਡਿਮਾਂਡ ਔਰ ਇੱਥੋਂ ਭੇਜਣ ਦੀ ਸਮੱਸਿਆ ਬਹੁਤ ਵੱਡੀ ਹੈ। ਇਹਦਾ ਹੱਲ ਇਹੀ ਹੈ, ਪਰ ਇਹਦੇ ਲਈ ਸ਼੍ਰੋਮਣੀ ਕਮੇਟੀ ਇੱਕ ਤਾਂ ਜਿਹੜਾ ਪਹਿਲਾ ਫੈਸਲਾ ਕੀਤਾ ਉਹਦੇ ਬਾਰੇ ਦੱਸੇ ਕਿ ਉਹਨੂੰ ਲਾਗੂ ਕਿਉਂ ਨਹੀਂ ਕਰ ਰਹੀ, ਜੇ ਕਰ ਰਹੀ ਹੈ ਕਦੋਂ ਕਰ ਰਹੀ ਹੈ, ਕਿੰਨੇ ਸਮੇਂ ਦੇ ਵਿੱਚ ਉਹਨੂੰ ਕੰਪਲੀਟ ਕਰ ਰਹੀ ਹੈ। ਨੰਬਰ 2, ਜਿਹੜੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਣਗੇ ਉਹਨਾਂ ਦੇ ਉੱਤੇ ਜਿਹੜੀ ਸੁਰੱਖਿਅਤ ਜਾਂ ਜਿਹੜੀ ਛਪਾਈ ਦੀ ਕਮਾਂਡ ਹੈ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਕੀ ਕ੍ਰਾਈਟੇਰੀਆ ਹੋਊਗਾ,
ਉਹ ਜ਼ਰੂਰ, ਕਿਉਂਕਿ ਇਹ ਮੇਰੀ ਡਿਊਟੀ ਹੈ। ਮੈਂ ਬਤੌਰ ਐਗਜ਼ੈਕਟਿਵ ਮੈਂਬਰ ਵਿਰੋਧੀ ਧਿਰ ਵੱਲੋਂ ਮੈਂ ਸਮਝਦਾ ਕਿ ਇਹ ਬੜੇ ਸੈਂਸਿਟਿਵ ਮਾਮਲੇ ਨੇ। ਬਾਕੀ ਗੱਲਾਂ ਪੰਥ ਦੀਆਂ ਜਾਂ ਪੰਥਕ ਸਿਆਸਤ ਦੀਆਂ, ਉਹਨਾਂ ਵਿੱਚ ਕੋਈ ਬਾਦ ਘਾਟ ਹੋ ਸਕਦਾ, ਪਰ ਇਹ ਇੱਕ ਅਜਿਹੀ ਗੱਲ ਹੈ ਜਿਹਦੇ ਨਾਲ ਇੱਕ ਰਾਈ ਜਿੰਨਾ ਵੀ ਅਸੀਂ ਜਿਹੜਾ ਸਮਝੌਤਾ ਨਹੀਂ ਕਰ ਸਕਦੇ, ਰਾਈ ਜਿੰਨੀ ਅਣਦੇਖੀ ਨਹੀਂ ਕਰ ਸਕਦੇ। ਜੇ ਹੋ ਗਈ ਤਾਂ ਇਸ ਤੋਂ ਵੱਡਾ ਇਸ ਦੁਨੀਆ ਤੇ ਪਾਪ ਕੋਈ ਨਹੀਂ, ਤੇ ਭੁਗਤਣਾ ਸਭ ਨੂੰ ਪੈਣਾ ਜਿਹੜੇ ਜ਼ਿੰਮੇਵਾਰ ਹੋਣਗੇ। ਸੋ ਮੈਂ ਆਪਣੀ ਡਿਊਟੀ ਸਮਝ ਕੇ ਪੂਰੇ ਪੰਥ ਦੇ ਸਾਹਮਣੇ, ਸ਼੍ਰੋਮਣੀ ਕਮੇਟੀ ਦੇ ਸਾਹਮਣੇ ਇਹ ਡਿਮਾਂਡ ਜਿਹੜੀ ਆ ਉਹ ਜ਼ਾਹਰ ਕਰਦਾ ਔਰ ਉਮੀਦ ਕਰਦਾ ਕਿ ਜਲਦ ਤੁਸੀਂ ਉਹਦੇ ਤੇ ਕੋਈ ਨਾ ਕੋਈ ਇਹ ਤਸੱਲੀ ਬਖਸ਼ ਉੱਤਰ ਜਿਹੜਾ ਕੌਮ ਨੂੰ ਦਿਓਗੇ।